Hello viewers, welcome to the next video. Communication skills IDC interdisciplinary course and multidisciplinary course. ਇਸ ਦੀ ਸੀਰੀਜ਼ ਦੇ ਵਿੱਚ ਨੈਕਸਟ ਸਾਡਾ ਟੌਪਿਕ ਰਹੇਗਾ ਸ਼ੋਰਟ ਨੋਟਸ ਆਫ ਸੈਕਸ਼ਨ ਬੀ। ਪੂਰੀ ਹੀ ਸਿਲੇਬਸ ਦੇ ਸ਼ੋਰਟ ਨੋਟ ਜੋ ਪੋਸੀਬਿਲਿਟੀ ਹੈ ਬਣ ਸਕਦੇ ਹਨ ਅਸੀਂ ਸੈਕਸ਼ਨ ਏ ਦੇ ਪਿਛਲੀ ਵੀਡੀਓ ਦੇ ਵਿੱਚ ਡਿਸਕਸ ਕਰ ਚੁੱਕੇ ਹਾਂ। ਆਲਰੇਡੀ ਸਾਰੀ ਹੀ ਸਿਲੇਬਸ ਦੀ ਸੈਕਸ਼ਨ ਏ ਦੀ ਖਾਸ ਕਰਕੇ ਜੋ ਨੋਟਸ ਹੈ ਅਪਲੋਡਡ ਹੈ ਅਤੇ ਵੀਡੀਓਜ਼ ਬਣੀਆਂ ਹੋਈਆਂ ਹਨ। ਉਹਨਾਂ ਹੀ ਨੋਟਸ ਦੇ ਵਿੱਚੋਂ ਅਸੀਂ ਕਿਹੜੇ ਸ਼ੋਰਟ ਨੋਟ ਅਲੱਗ-ਅਲੱਗ ਮੀਨਿੰਗ ਐਗਜ਼ਾਮਪਲਸ ਟਾਈਪ ਸਭ ਅਸੀਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ। ਇੱਕ ਨੰਬਰ ਦੇ ਸ਼ੋਰਟ ਨੋਟ ਲਈ ਤੁਸੀਂ ਕਿਸ ਤਰੀਕੇ ਨਾਲ ਆਨਸਰ ਫਰੇਮ ਕਰਨਾ ਹੈ, ਕਿਸ ਤਰੀਕੇ ਨਾਲ ਤੁਸੀਂ ਆਨਸਰ ਦੇਣਾ ਹੈ, ਉਹ ਸਭ ਅਸੀਂ ਪਿਛਲੀ ਵੀਡੀਓ ਦੇ ਵਿੱਚ ਡਿਸਕਸ ਕੀਤਾ ਹੈ। ਪਲੀਜ਼ ਸੈਕਸ਼ਨ ਏ ਦੇ ਲਈ ਤੁਸੀਂ ਪਿਛਲੀ ਵੀਡੀਓ ਚੈੱਕ ਕਰੋ। ਸੈਕਸ਼ਨ ਬੀ ਲਈ ਸ਼ੋਰਟ ਨੋਟਸ। ਸੈਕਸ਼ਨ ਬੀ ਦੇ ਵਿੱਚ ਹੈ ਰਾਈਟਿੰਗ ਸਕਿੱਲਸ, ਜਿਹਦੇ ਵਿੱਚ ਮੀਨਿੰਗ ਆਫ ਰਾਈਟਿੰਗ ਸਕਿੱਲਸ। ਦੇਖੋ 4 ਬੇਸਿਕ ਸਕਿੱਲਸ ਕਿਹੜੀਆਂ ਕਮਿਊਨੀਕੇਸ਼ਨ ਦੇ ਲਈ 4 ਬੇਸਿਕ ਸਕਿੱਲਸ ਹੈਗੀਆਂ। ਦੈਟ ਇਜ਼ ਸਭ ਤੋਂ ਪਹਿਲਾਂ ਲਿਸਨਿੰਗ, ਸਪੀਕਿੰਗ, ਰੀਡਿੰਗ ਐਂਡ ਰਾਈਟਿੰਗ। ਕਲੀਅਰ? ਤਾਂ ਅਸੀਂ ਦੇਖੋ ਇਹਦੇ ਵਿੱਚ ਤੁਸੀਂ ਦੇਖ ਚੁੱਕੇ ਹੋ ਲਿਸਨਿੰਗ ਸਕਿੱਲਸ ਵੀ ਹੈਵ ਡਨ ਇਨ ਦਾ ਫਸਟ ਸੈਕਸ਼ਨ। ਦੈਨ ਨੈਕਸਟ ਹੁਣ ਹੈ ਰਾਈਟਿੰਗ ਸਕਿੱਲਸ, ਅਸੀਂ ਸੈਕਿੰਡ ਸੈਕਸ਼ਨ ਦੇ ਵਿੱਚ ਕਰ ਰਹੇ ਹਾਂ। ਬੇਸਿਕਸ ਆਫ ਰਾਈਟਿੰਗ, ਦੈਨ ਵਾਟ ਡੂ ਯੂ ਮੀਨ ਬਾਈ ਪੈਰਾਗ੍ਰਾਫ ਰਾਈਟਿੰਗ। ਦੈਨ ਨੈਕਸਟ ਇਹਦਾ ਬਣੇਗਾ ਨੈਕਸਟ ਸਿਲੇਬਸ ਦੇ ਵਿੱਚ ਹੈ ਪ੍ਰੀਸਾਈਜ਼ ਰਾਈਟਿੰਗ ਮਤਲਬ ਤੁਸੀਂ ਪ੍ਰੀਸਾਈਸਲੀ ਕਿਵੇਂ ਬਹੁਤ ਵੱਡੇ ਮੈਟਰ ਨੂੰ ਛੋਟਾ ਕਰਕੇ ਕਿਵੇਂ ਲਿਖਣਾ ਹੈ, ਮਤਲਬ ਵਾਟ ਡੂ ਯੂ ਮੀਨ ਬਾਈ ਪ੍ਰੀਸਾਈਜ਼ ਰਾਈਟਿੰਗ। ਦੈਨ ਉਸ ਤੋਂ ਬਾਅਦ ਹੈ ਰਾਈਟਿੰਗ ਇਫੈਕਟਿਵ ਈਮੇਲਸ ਐਂਡ ਡਾਕੂਮੈਂਟਸ। ਇਫੈਕਟਿਵ ਈਮੇਲਸ ਐਂਡ ਡਾਕੂਮੈਂਟਸ ਕਿਸ ਤਰੀਕੇ ਨਾਲ ਲਿਖਦੇ ਹਨ। ਈਮੇਲ ਐਂਡ ਡਾਕੂਮੈਂਟਸ ਅਸੀਂ ਪਹਿਲਾਂ ਹੀ ਤੁਸੀਂ AEC ਦੇ ਵਿੱਚ ਐਬਿਲਿਟੀ ਇਨਹਾਂਸਮੈਂਟ ਕੋਰਸ ਦੇ ਵਿੱਚ ਆਲਰੇਡੀ ਕੀਤਾ ਹੋਇਆ ਹੈ। ਈਮੇਲਸ, ਪਰਸਨਲ ਈਮੇਲਸ ਮੀਨਸ ਇਨਫੋਰਮਲ ਅਤੇ ਫਾਰਮਲ ਈਮੇਲਸ ਦਾ ਫਾਰਮੈਟ ਆਲਰੇਡੀ ਇਸੇ ਹੀ ਚੈਨਲ 'ਤੇ ਪਲੇਲਿਸਟ ਦੇ ਵਿੱਚ ਅਵੇਲੇਬਲ ਹੈ, ਤੁਸੀਂ ਵਾਚ ਕਰ ਸਕਦੇ ਹੋ। ਦੈਨ ਮੈਮੋਸ ਫਾਰਮੈਟ, ਦੈਨ ਐਡਵਰਟੀਜ਼ਮੈਂਟਸ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ। ਦੈਨ ਪੈਰਾਫਰੇਜ਼ਿੰਗ ਐਂਡ ਸਮਰਾਈਜ਼ਿੰਗ। ਦੈਨ ਨੋਟ ਮੇਕਿੰਗ ਦੀ ਡਿਟੇਲ ਵੀਡੀਓ ਆਲਰੇਡੀ ਅਪਲੋਡਡ ਹੈ, ਸ਼ੋਰਟ ਵੀਡੀਓ ਵੀ ਅਪਲੋਡਡ ਹੈ, ਯੂ ਕੈਨ ਵਾਚ। ਵਾਟ ਡੂ ਯੂ ਮੀਨ ਬਾਈ ਨੋਟ ਮੇਕਿੰਗ, ਵਾਟ ਇਜ਼ ਦਾ ਫਾਰਮੈਟ ਆਫ ਨੋਟ ਮੇਕਿੰਗ, ਕੀ ਫਾਰਮੈਟ ਰਹੇਗਾ ਨੋਟ ਮੇਕਿੰਗ ਦਾ, ਠੀਕ ਹੈ। ਜਾਂ ਨੋਟ ਮੇਕਿੰਗ ਕਿਵੇਂ ਕਰੀਦੀ ਹੈ, ਵਾਟ ਆਰ ਦਾ ਰੂਲਸ ਆਫ ਨੋਟ ਮੇਕਿੰਗ। ਕੋਈ ਵੀ ਸ਼ੋਰਟ ਨੋਟ ਇਹਦੇ ਵਿੱਚੋਂ ਬਣ ਸਕਦਾ ਹੈ। ਵਾਟ ਡੂ ਯੂ ਮੀਨ ਬਾਈ ਈਮੇਲ ਮੀਨਸ ਈਮੇਲ ਮਤਲਬ ਇਲੈਕਟ੍ਰੋਨਿਕ ਮੇਲ, ਜਿਸ ਦੇ ਵਿੱਚ ਸੈਂਡਰ ਐਡਰੈਸ ਸਭ ਤੋਂ ਪਹਿਲਾਂ ਆਏਗਾ, ਸੈਂਡਰਸ ਐਡਰੈਸ, ਦੈਨ ਡੇਟ ਟਾਈਮ, ਦੈਨ ਰਿਸੀਵਰਸ ਐਡਰੈਸ। ਦੈਨ ਉਸ ਤੋਂ ਬਾਅਦ ਜੋ ਤੁਸੀਂ ਮੈਂਸ਼ਨ ਕਰੋਗੇ ਸੈਲੂਟੇਸ਼ਨ, ਡੀਅਰ ਫਰੈਂਡ, ਜੋ ਇਸਨੂੰ ਵੀ ਲਿਖ ਰਹੇ ਹੋ, ਦੈਨ ਕੰਟੈਂਟ, ਦੈਨ ਉਸ ਤੋਂ ਬਾਅਦ ਸਬਸਕ੍ਰਿਪਸ਼ਨ, ਠੀਕ ਹੈ ਜੀ। ਦੈਨ ਉਸ ਤੋਂ ਬਾਅਦ ਲੈਟਰ ਰਾਈਟਿੰਗ, ਜੋ ਕਿ ਆਲਰੇਡੀ ਡਿਟੇਲਡ ਵੀਡੀਓ ਮੈਂ ਪਾ ਚੁੱਕੀ ਹਾਂ। ਡਿਟੇਲਡ ਵੀਡੀਓ ਲੈਟਰ ਰਾਈਟਿੰਗ 'ਤੇ ਫਾਰਮੈਟ 'ਤੇ, ਚਾਹੇ ਉਹ ਫਾਰਮਲ ਲੈਟਰ ਰਾਈਟਿੰਗ ਹੈ ਚਾਹੇ ਇਨਫੋਰਮਲ ਹੈ, ਮੀਨਿੰਗ ਕੀ ਹੈ ਉਹਨਾਂ ਦਾ, ਕੀ ਹੁੰਦੀਆਂ ਹਨ, ਅਤੇ ਉਸ ਤੋਂ ਬਾਅਦ ਉਹਨਾਂ ਦਾ ਲੇਆਊਟ ਕੀ ਹੈ, ਠੀਕ ਹੈ ਜੀ। ਇੱਕ ਤਾਂ ਹੈ ਬੇਟਾ ਫਾਰਮੈਟ, ਜੋ ਕਿ ਤੁਸੀਂ ਪ੍ਰੋਪਰ ਲਿਖਣਾ, ਸੈਂਡਰਸ ਐਡਰੈਸ, ਰਿਸੀਵਰਸ ਐਡਰੈਸ, ਡੇਟ ਐਂਡ ਆਲ ਸਭ, ਹੈ ਨਾ। ਅਤੇ ਇੱਕ ਹੈ ਲੇਆਊਟ ਮਤਲਬ ਜਿਹਦੇ ਵਿੱਚ ਤੁਸੀਂ ਦੱਸੋਗੇ ਵਾਟ ਡੂ ਮੀਨ ਬਾਈ ਸੈਂਡਰਸ ਐਡਰੈਸ ਕੀ ਹੈ, ਰਿਸੀਵਰਸ ਐਡਰੈਸ ਉਸ ਦੇ ਵਿੱਚ ਕੀ ਆਏਗਾ, ਕੀ ਲਿਖਣਾ ਹੈ, ਡੇਟ ਕਿਵੇਂ ਮੈਂਸ਼ਨ ਕਰੋਗੇ, ਉਸ ਦਾ ਫਾਰਮੈਟ ਕੀ ਹੈ। ਇਹ ਸਾਰਾ ਡਿਟੇਲ ਦੇ ਵਿੱਚ ਆਲਰੇਡੀ ਵੀਡੀਓਜ਼ ਅਪਲੋਡਡ ਹੈ, ਯੂ ਕੈਨ ਵਾਚ। ਮੈਂ ਇਸ ਦੇ ਵਿੱਚ ਹੀ ਪਲੇਲਿਸਟ ਦਾ ਲਿੰਕ ਜੋ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਰੱਖ ਦਾਂਗੀ, ਯੂ ਕੈਨ ਵਾਚ ਅਗੇਨ ਦੋਜ਼ ਵੀਡੀਓਜ਼। ਅਤੇ ਸ਼ੋਰਟ ਨੋਟ ਲਈ ਜੇ ਇੱਕ ਨੰਬਰ ਲਈ ਇਹ ਚੀਜ਼ਾਂ ਆਉਂਦੀਆਂ ਹੈ, ਕਿਸੇ ਚੀਜ਼ ਦਾ ਫਾਰਮੈਟ ਆਉਂਦਾ ਤਾਂ ਸਿੰਪਲੀ ਤੁਸੀਂ ਫਾਰਮੈਟ ਹੀ ਦੇਣਾ। ਕਲੀਅਰ? ਬਹੁਤ ਸ਼ਾਰਟ ਦੇ ਵਿੱਚ ਦੇਣਾ ਕਿ ਇਹਦੇ ਵਿੱਚ ਕਿਹੜੇ ਪਾਰਟਸ ਹੋਣਗੇ। ਦੈਨ ਨੈਕਸਟ ਵਨ ਇਨਫੋਰਮਲ ਲੈਟਰ, ਫਾਰਮਲ ਲੈਟਰ ਡਿਟੇਲ ਦੇ ਵਿੱਚ ਅਪਲੋਡਡ ਹੈ ਵੀਡੀਓ, ਯੂ ਕੈਨ ਵਾਚ। essential and occasional parts। essential ਮਤਲਬ ਜਿਹੜੇ ਸਾਰੇ ਹੀ ਜ਼ਰੂਰੀ ਪਾਰਟਸ, ਓਕੇਜਨਲ ਮਤਲਬ ਲਾਈਕ ਇਨਕਲੋਜ਼ਰ ਅਸੀਂ ਲਗਾ ਦਿੰਦੇ ਹਾਂ, ਹੈ ਨਾ। ਕਿਸੇ ਵੀ ਲੈਟਰ ਦੇ ਵਿੱਚ ਇਨਕਲੋਜ਼ਰ ਲਗਾਇਆ, ਕੋਈ ਨਾਲ ਡਾਕੂਮੈਂਟ ਤੁਸੀਂ ਸਪੋਰਟਿੰਗ ਡਾਕੂਮੈਂਟਸ ਦੇਣੇ ਹੈ, ਉਹ ਓਕੇਜਨਲ ਪਾਰਟਸ ਹੋ ਗਏ।
ਦੈਨ ਕਰੈਕਟਰਿਸਟਿਕਸ ਐਂਡ ਲੇਆਊਟ ਮੈਂ ਦੱਸ ਚੁੱਕੀ ਹਾਂ ਕਿ ਸੈਂਡਰਸ ਐਡਰੈਸ ਦੇ ਵਿੱਚ ਕੀ ਆਏਗਾ, ਰਿਸੀਵਰਸ ਐਡਰੈਸ ਦੇ ਵਿੱਚ ਕੀ ਆਏਗਾ, ਡੇਟ ਦਾ ਫਾਰਮੈਟ ਕੀ ਹੋਏਗਾ, ਸੈਲੂਟੇਸ਼ਨ 'ਚ ਕੀ ਆਏਗਾ, ਸਬਸਕ੍ਰਿਪਸ਼ਨ 'ਚ ਕੀ ਆਏਗਾ। ਯੂ ਕੈਨ ਵਾਚ ਦ ਵੀਡੀਓ ਅਤੇ ਉਹਦੇ ਵਿੱਚੋਂ 1 ਨੰਬਰ ਦਾ 1 ਮਾਰਕ ਦਾ ਤੁਸੀਂ ਕੁਐਸਚਨ ਤਿਆਰ ਕਰ ਸਕਦੇ ਹੋ। ਨੈਕਸਟ ਵਨ, ਰਿਪੋਰਟ ਰਾਈਟਿੰਗ ਦੀ ਵੀ ਡਿਟੇਲਡ ਵੀਡੀਓ ਅਪਲੋਡਡ ਹੈ। ਫਾਰਮੈਟ ਕੀ ਹੈ, ਸਟਰਕਚਰ ਕੀ ਹੈ, ਟਾਈਪਸ ਆਫ ਰਿਪੋਰਟਸ ਕਿਹੜੀਆਂ, ਠੀਕ ਹੈ ਜੀ। ਫਾਰਮਲ ਅਤੇ ਇਨਫਾਰਮਲ ਰਿਪੋਰਟ ਹੈ, ਨਿਊਜ਼ਪੇਪਰ ਲਈ ਰਿਪੋਰਟ ਹੈ, ਕਾਲਜ ਮੈਗਜ਼ੀਨ ਲਈ ਰਿਪੋਰਟ ਹੈ। ਦੈਨ ਟੈਕਨੀਕਲ ਰਿਪੋਰਟਸ ਜ਼ਿਆਦਾਤਰ ਫਾਰਮਲ ਲੈਟਰ ਦੇ ਫਾਰਮੈਟ 'ਚ ਹੀ ਹੁੰਦੀਆਂ ਹਨ। ਦੈਨ ਦ ਮੋਸਟ ਇੰਪੋਰਟੈਂਟ ਰੀਡਿੰਗ ਸਕਿੱਲ, ਜਿਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਰੀਡਿੰਗ ਸਕਿੱਲਸ ਕੀ ਹੈ, ਵਾਟ ਯੂ ਬਾਈ ਰੀਡਿੰਗ। ਦੈਨ ਡਿਫਰੈਂਟ ਰੀਡਿੰਗ ਸਕਿੱਲਸ ਕਿਹੜੀਆਂ, ਜਿਵੇਂ ਕਿ ਸਕੀਮਿੰਗ, ਸਕੈਨਿੰਗ, ਇੰਟੈਂਸਿਵ ਰੀਡਿੰਗ, ਐਕਸਟੈਂਸਿਵ ਰੀਡਿੰਗ, SQ3R ਫਾਰਮੂਲਾ। ਬੱਚੇ ਤੁਹਾਨੂੰ ਹਰ ਚੀਜ਼ ਦੀ ਫੁੱਲ ਫਾਰਮ ਪਤਾ ਹੋਣੀ ਚਾਹੀਦੀ ਹੈ। ਕੋਈ ਵੀ ਵਰਡ ਤੁਸੀਂ ਯੂਜ਼ ਕਰ ਰਹੇ ਹੋ, ਯੂ ਮਸਟ ਨੋ ਦਾ ਫੁੱਲ ਫਾਰਮ ਆਫ ਦੈਟ ਪਾਰਟੀਕੂਲਰ ਵਰਡ। ਦੈਨ ਨੈਕਸਟ ਹੈ ਆਡੀਓ ਵਿਜ਼ੂਅਲ ਏਡਸ, ਜਿਨ੍ਹਾਂ ਨੂੰ ਅਸੀਂ AV ਏਡਸ ਵੀ ਕਹਿ ਦਿੰਦੇ ਹਾਂ, ਆਡੀਓ ਵਿਜ਼ੂਅਲ ਏਡਸ, ਫਾਈਨ। ਦੈਨ ਨੈਕਸਟ ਹੈ ਪ੍ਰੂਫ ਰੀਡਿੰਗ। ਇਹ ਸਾਰੇ ਹੀ ਰੀਡਿੰਗ ਸਕਿੱਲਸ ਹੈ। ਬੱਚੇ ਸ਼ੋਰਟ ਨੋਟ ਜਦੋਂ ਆਉਂਦੇ ਕਿਸੇ ਤਰੀਕੇ ਨਾਲ ਵੀ ਆ ਸਕਦੇ ਹੈ, ਚਾਹੇ ਕੋਈ ਕਿਸੇ ਵੀ ਸਕਿੱਲ ਦੀ ਐਗਜ਼ਾਮਪਲ ਆ ਜਾਏਗੀ ਤਾਂ ਤੁਸੀਂ ਦੱਸਣਾ ਹੋਊਗਾ ਇਹ ਕਿਹੜੀ ਰੀਡਿੰਗ ਸਕਿੱਲ ਹੈ, ਜਾਂ ਕੋਈ ਵੀ ਸ਼ਾਰਟ ਫਾਰਮ ਆ ਜਾਏਗੀ ਤੁਸੀਂ ਉਹਦੀ ਫੁੱਲ ਫਾਰਮ ਦੱਸਣੀ ਹੋਏਗੀ, ਜਾਂ ਕੋਈ ਵੀ ਡਿਫਰੈਂਸ ਆ ਸਕਦਾ ਹੈ, ਜਾਂ ਕੋਈ ਵੀ ਤੁਹਾਨੂੰ ਐਗਜ਼ਾਮਪਲ ਲਿਖਣੀ ਆ ਸਕਦੀ ਹੈ, ਗਿਵ ਐਗਜ਼ਾਮਪਲ ਆਫ ਦਿਸ ਮੀਨਸ ਇਨ ਐਨੀ ਫਾਰਮ ਇਟ ਕੈਨ। ਬਟ ਜੋ ਮਟੀਰੀਅਲ ਤੁਹਾਨੂੰ ਪ੍ਰੋਵਾਈਡਡ ਹੈ, ਜੇ ਤੁਸੀਂ ਉਹਨੂੰ ਡੈਪਥ ਦੇ ਵਿੱਚ ਸਟੱਡੀ ਕਰਦੇ ਹੋ, ਤੁਸੀਂ ਹਰ ਤਰ੍ਹਾਂ ਦਾ ਆਨਸਰ ਦੇਣ ਦੇ ਕਾਬਿਲ ਹੋਵੋਗੇ। ਦੈਨ ਨੈਕਸਟ ਹੈ ਬੱਚੇ ਕਲਚਰਲ ਡਾਇਵਰਸਿਟੀ ਐਂਡ ਕਮਿਊਨੀਕੇਸ਼ਨ। ਮੀਨਿੰਗ ਕੀ ਹੈ, ਕਲਚਰਲ ਡਿਫਰੈਂਸ ਇਨ ਕਮਿਊਨੀਕੇਸ਼ਨ ਸਟਾਈਲ। ਦੈਨ ਸਟੀਰੀਓਟਾਈਪ ਐਂਡ ਬਾਇਸਨੈਸ। ਦੈਨ ਕ੍ਰੋਸ ਕਲਚਰਸ ਕਮਿਊਨੀਕੇਸ਼ਨ ਸਟ੍ਰੈਟੇਜੀਜ਼। ਫਿਰ ਉਸ ਤੋਂ ਬਾਅਦ ਬਿਲਡਿੰਗ ਕਲਚਰਲ ਕੰਪੀਟੈਂਸ। ਇਹ ਸ਼ੋਰਟ ਨੋਟ ਵੀ ਬਣ ਸਕਦਾ ਹੈ ਅਤੇ ਸਿੰਪਲ ਲੌਂਗ ਆਨਸਰ ਵੀ ਬਣ ਸਕਦਾ ਹੈ। ਬਟ ਬਿਲਕੁਲ ਨਵਾਂ ਸਿਲੇਬਸ ਹੈ, ਇਸ ਲਈ ਕਈ ਕਾਲਜਿਸ ਨੇ ਹੋ ਸਕਦਾ ਕੁਛ ਕੰਪਰੋਮਾਈਜ਼ ਕੀਤਾ ਹੋਏ ਸਿਲੇਬਸ ਨਾਲ, ਕਿਉਂਕਿ ਹਜੇ ਵੀ ਬੁੱਕਸ ਵੀ ਅਵੇਲੇਬਲ ਨਹੀਂ ਸੀ ਮਾਰਕੀਟ ਦੇ ਵਿੱਚ। ਤਾਂ ਕੰਸਰਨਡ ਤੁਸੀਂ ਆਪਣੇ ਕਾਲਜ ਤੋਂ ਕਨਫਰਮ ਕਰਨਾ ਕਿ ਸੈਕਸ਼ਨ B ਦਾ ਕਿਸ ਹੱਦ ਤੱਕ ਸਿਲੇਬਸ ਤੁਸੀਂ, ਜਾਂ ਸੈਕਸ਼ਨ A ਦਾ ਕਿਸ ਹੱਦ ਤੱਕ ਸਿਲੇਬਸ ਕਵਰ ਕੀਤਾ ਹੈ। ਬਟ ਆਈ ਐਮ ਟੈਲਿੰਗ ਯੂ ਫੁੱਲ ਫਲੈਜ ਕਿ ਪੂਰਾ ਸਿਲੇਬਸ ਦੇ ਵਿੱਚ ਸ਼ੋਰਟ ਨੋਟ ਕਿਹੜੇ ਬਣ ਸਕਦੇ ਹਨ। ਹੁਣ ਅਸੀਂ ਨੋਟਸ ਤੋਂ ਚੈੱਕ ਕਰਾਂਗੇ ਕਿ ਕਿਸ ਤਰੀਕੇ ਨਾਲ ਤੁਸੀਂ ਆਨਸਰ ਨੂੰ ਅਟੈਂਪਟ ਕਰਕੇ ਆਉਣਾ ਹੈ। ਲੈਟਸ ਸਟਾਰਟ। ਯੈਸ, ਇਨ ਸੈਕਸ਼ਨ C ਰਾਈਟਿੰਗ ਸਕਿੱਲਸ, ਸਭ ਤੋਂ ਪਹਿਲਾਂ ਰਾਈਟਿੰਗ ਸਕਿੱਲ ਦਾ ਮੀਨਿੰਗ ਯੂ ਕੈਨ ਰਾਈਟ ਦਿਸ ਵਨ ਟੂ ਦਾ ਪੁਆਇੰਟ 3-4 ਲਾਈਨਸ ਦੇ ਵਿੱਚ ਆਨਸਰ ਦੇਣਾ ਹੈ। ਰਾਈਟਿੰਗ ਇਜ਼ ਅ ਟੂਲ ਯੂਜ਼ ਟੂ ਇਨੇਬਲ ਅਸ ਟੂ ਐਕਸਪ੍ਰੈਸ ਵਾਟ ਇਜ਼ ਇਨ ਆਵਰ ਮਾਈਂਡ, ਕਿ ਅਸੀਂ ਜੋ ਸਾਡੇ ਦਿਮਾਗ ਦੇ ਵਿੱਚ ਅਸੀਂ ਉਹਨੂੰ ਐਕਸਪ੍ਰੈਸ ਕਰ ਸਕੀਏ। ਇੱਕ ਸਾਡੇ ਹੱਥ ਦੇ ਵਿੱਚ ਹਥਿਆਰ ਹੈ ਰਾਈਟਿੰਗ। Writing skills are very important for professional success. Clear? That it can be in any form, in letter, memos, circular, notice, reports, emails. ठीक है जी, इस तरीके नाल 3 lines बहुत है एक नंबर के लिए। Clear? Next one. Next short note बनता है, what are the basics of writing? Basics of writing means use of, when you are writing something you must clear about the aim. बेसिक्स मैं आंसर बोल रही हूँ शॉर्ट नोट के लिए, ध्यान नाल नोटिस करना है। सम बेसिक्स ऑफ राइटिंग आर क्लैरिटी इन एम, कोमा, यूजिंग करेक्ट ग्रामर, कोमा, सिलेक्शन ऑफ राइट एंड ईजी वर्ड्स, कोमा, फॉर्मिंग ईजी सेंटेंस स्ट्रक्चर, कोमा, अवॉइडिंग फॉल्टी डिक्शन, एटसेट्रा। ठीक है, एटसेट्रा मतलब दिस, फुल स्टॉप। ਤਾਂ ਮੀਨਸ ਤੁਸੀਂ ਆਪਣੀ ਕੈਪੈਸਿਟੀ ਦੇ ਅਕੋਰਡਿੰਗ ਇੱਕ ਨੰਬਰ ਲਈ ਜਿੰਨੇ ਵੀ ਲਿਖ ਸਕਦੇ ਹੋ 1-2 ਸੈਂਟੈਂਸਿਸ ਦੇ ਵਿੱਚ, ਜਾਂ 2 ਜਾਂ 3 ਦੀ ਡਿਟੇਲ ਲਿਖ ਸਕਦੇ ਹੋ, ਉਹ ਤੁਹਾਡੀ ਕੈਪੇਬਿਲਿਟੀ ਹੈ। ਪਰ ਜਿਸ ਤਰੀਕੇ ਨਾਲ ਮੈਂ ਬੋਲਿਆ ਉਸ ਤਰੀਕੇ ਨਾਲ ਤੁਹਾਡੀ ਸਾਰੀ ਹੀ ਨੌਲੇਜ ਬਾਹਰ ਆਉਂਦੀ ਹੈ। ਇੱਕ ਸਿੰਗਲ ਸੈਂਟੈਂਸ ਦੇ ਵਿੱਚ ਸਾਰਾ ਕੁਝ ਤੁਸੀਂ ਕਵਰ ਕਰ ਲੈਂਦੇ ਹੋ। ਆਈ ਐਮ ਰਿਪੀਟਿੰਗ ਕਿਸ ਤਰੀਕੇ ਨਾਲ ਤੁਸੀਂ ਲਿਖ ਸਕਦੇ ਹੋ। ਸਮ ਬੇਸਿਕਸ ਆਫ ਰਾਈਟਿੰਗ ਆਰ aim for clarity, we must be clear about the when we are writing, comma, usage of correct grammar, selection of right and easy words, forming easy sentence structure, comma, avoiding faulty diction, comma,
रिवाइजिंग वॉट एवर वी हैव रिटन एटसैक्ट्रा। ठीक है, इस तो इलावा ग्रामर पंक्चुएशन सब जो ये इंक्लूड होंगे। नैक्सट क्वेश्चन किस तरीके नाल बन सकता है, सॉरी नैक्सट क्वेश्चन इसी तरीके थोड़ा लैटर्स ऑफ लेआउट ऑफ फॉर्मल लैटर। वॉट इज़ द लेआउट, तुसीं इहदे विच सिर्फ हैडिंग्स मैंशन करनी है एक नंबर ਲਈ। लॉन्ग आंसर ਲਈ डिटेल ਦਿਓਗੇ बच्चे, जे लॉन्ग आंसर आंदा है तो शॉर्ट नोट ਲਈ तुसीं सिर्फ एक नंबर ਲਈ जो है हैडिंग्स मैंशन करोगे। फॉर्मल लेटर दैन इसी तरीके है एसेंशियल पार्ट्स ऑफ इनफॉर्मल लेटर, सेंडर्स एड्रेस, डेट, दैन सैल्यूटेशन, ओपनिंग पैराग्राफ, दैन नेक्स्ट है बॉडी ऑफ द लेटर, दैन इसकी एग्जाम्पल, क्लोजिंग पैराग्राफ, दैन ये चीज़ा तुसी मैंशन कर सकते हो। क्लियर है जी। दैन इसी तरीके फॉर्मेट ऑफ ईमेल राइटिंग है बच्चे, सब्जेक्ट लाइन, दैन सैल्यूटेशन, फॉर्मल एग्जाम्पल, ओपनिंग लाइन, सेंडर्स एड्रेस, बॉडी, क्लोजिंग लाइन, ये सारियां तुसी सीक्वेंस दे विच जिस तरीके नाल तुहानू फॉर्मल ईमेल ते इनफॉर्मल ईमेल करवाइए तुसी कर सकते हो। क्लियर है। ये है पर्सनल लेटर का जो फॉर्मेट है जो तुहानू ऑलरेडी फुल फ्लैज वीडियो दे विच करवा चुकी हाँ, तुसी वॉच कर सकते हो। सेंडर्स एड्रेस, डेट किस तरीके नाल पानी है, सैल्यूटेशन, दैन बॉडी, दैन द क्लोजिंग सेंटेंस, दैन उस तो बाद सब्सक्रिप्शन, योर लविंग सन, योर लविंग डॉटर, दैन योर साइन। क्लियर। इसी तरीके नाल ये फॉर्मल लेटर का है, सेंडर्स एड्रेस, दैन डेट, रिसीवर्स एड्रेस, दैन सब्जेक्ट, दैन डियर सर मैडम, बॉडी ऑफ द लेटर। ठीक है जी, ये सारा फॉर्मेट है, दिस इज़ कॉल्ड फॉर्मेट। जे लेआउट है तो पूरा तुसी थ्योरी उहदी लिखनी है। क्लियर है जी। यू कैन वॉच एक नंबर ਲਈ बहुत स्पीडली ਜਿਹੜੇ है जो तुसी देनी है। ठीक है जी, ये चीज़ां बेसिक हो गई जो तुसी दसना है। मोर ओवर तुसी एबिलिटी एनहांसमेंट कोर्स ਦੇ ਵਿੱਚ डिटेल्ड ਦੇ ਵਿੱਚ कर चुके हो सारियां लैटर्स, सारियां ईमेल्स, तो ਉਹਦੇ चो भी कोई भी बन के आ सकती है। जो फॉर्मेट नहीं आएगा, लेआउट नहीं आएगा, तो कोई भी जो थोड़ी कोई भी लेटर, कोई भी ईमेल, कोई भी नोटिस, कोई भी नोट मेकिंग, ठीक है, नोट मेकिंग कुछ भी आ सकता है। इसलिए फुल फ्लैज अपनी तैयारी करनी है बेटा, मार्क्स बिल्कुल नहीं लूज़ करने। थोड़ा एक एक नंबर थोड़े जो है परसेंटेज में इंप्रूव करता है, इसलिए हर क्वेश्चन को बहुत स्मार्टली आंसर करने हैं। सो दिस इज़ द फॉर्मेट ऑफ नोट मेकिंग जो असी ऑलरेडी कर चुके हैं। फॉर्मेट है 1 मार्क के आंदा तो सिंपली फटाफट इस तरीके नाल आंसर करोगे। क्लीयर है। ये थोड़ी इंटैलीजेंस से है कि तुसी कितनी स्पीडली करते हो। ये थ्योरी असी ऑलरेडी कर चुके हैं। यू कैन वॉच लॉन्ग वीडियोज़ है, वॉट इज़ नोट मेकिंग की है, की ये रूल्स हाँ वी हैव ऑलरेडी डन। तुसी एक नंबर लिए बहुत शॉर्ट दे टू द पॉइंट आंसर देना है। क्लीयर जी। नैक्सट इस तो बाद असी करांगे इसे रीडिंग स्किल्स। रीडिंग स्किल्स दे विच तुसी मीनिंग, वॉट इज़ द मीनिंग ऑफ रीडिंग स्किल्स, केड़ी स्किल है ये, ठीक है जी। पहला लिसनिंग है, फिर स्पीकिंग है, दैन रीडिंग एंड राइटिंग है। तो किस तरह की स्किल है, क्यों इंपॉर्टेंट है, डेफिनेशन, फिर इस दी मेजर रीडिंग स्किल्स किहड़ियां लाइक स्किमिंग, स्कैनिंग, इंटेंसिव रीडिंग, एक्सटेंसिव रीडिंग, SQ3R फार्मूला, इसकी फुल फॉर्म यू मस्ट नो, AV एड्स, ऑडियो विजुअल एड्स, प्रूफ रीडिंग। हुण स्किमिंग की है बच्चे, कोई भी क्वेश्चन किसी तरीके भी बन के आ सकता है, एग्जाम्पल्स लिखनियाँ आ सकती हैं स्किमिंग दियाँ, स्किमिंग का मीनिंग आ सकता है, स्कैनिंग का, इंटेंसिव रीडिंग का, एक्सटेंसिव रीडिंग का, किसी तरीके भी एग्जाम्पल भी आ सकते हैं। एग्जाम्पल लिखी होएगी तो ये भी आ सकता है कि एक्सप्लेन विच रीडिंग स्किल इट इज़, है ना। तो एक नंबर लिए सिर्फ टू द पॉइंट तुसी गल करनी है, मीनस डिटेल दे विच पढ़ो, अंडरस्टैंडिंग नाल पढ़ो कि ये है कि, ठीक है। अंडरस्टैंडिंग होनी जरूरी है थोड़े लिए कि तुसी पढ़ की रहे हो। जे नहीं समझ आ रहा तो बेटा इको ही सिटिंग दे विच 2 तो 2.5 घंटे दी सिर्फ वीडियोज़ है, थोड़े कोल टाइम है, आइज़ क्लोज करके सिर्फ सुनो, यू विल गैट कि हाँ की कॉन्सैप्ट है, किवें क्लीयर होएगा, पूरी तरीके नाल तुहानूं ईजी लैंगुएज दे विच क्लीयर किया होया। दैन स्किमिंग मतलब टेक्निक ऑफ रीडिंग, गेटिंग जर्नल ओवरव्यू ऑफ द टेक्स्ट बिफोर रीडिंग इट,
ਦੈਨ ਨੈਕਸਟ ਹੈ ਡਿਸਾਈਡ ਕਰਦੇ ਕਿ ਅਸੀਂ ਫੋਕਸ ਕਿੱਥੇ ਕਰਨਾ ਹੈ, ਮੇਨ ਆਈਡੀਆ 'ਤੇ ਫੋਕਸ ਕਰਨਾ ਹੈ। ਦੈਨ ਐਗਜ਼ਾਮਪਲ ਦੇਖੋ ਬੱਚੇ, ਐਗਜ਼ਾਮਪਲ ਕੀ ਹੈ ਦੀ ਰੀਡਿੰਗ ਨਿਊਜ਼ਪੇਪਰ। ਦੈਨ ਉਸ ਤੋਂ ਬਾਅਦ ਹੈ ਜਲਦੀ ਜਲਦੀ ਪੜ੍ਹਨਾ। ਉਸ ਤੋਂ ਬਾਅਦ ਰੀਡਿੰਗ ਕੋਈ ਵੀ ਸਬਜੈਕਟ ਟੋਨ ਔਰ ਬੇਸਿਕ ਪੁਆਇੰਟ ਜਦੋਂ ਅਸੀਂ ਪੜ੍ਹਦੇ ਹਾਂ। ਦੈਨ ਉਸ ਤੋਂ ਬਾਅਦ ਸਕੈਨਿੰਗ ਹੈ। ਸਕੈਨਿੰਗ ਕੀ ਹੈ, ਫੋਕਸ ਕਰਦਾ ਸਪੈਸੀਫਿਕ ਇਨਫੋਰਮੇਸ਼ਨ 'ਤੇ, ਠੀਕ ਹੈ। ਰਿਸਰਚ ਪੇਪਰ ਅਸੀਂ ਕੋਈ ਪੜ੍ਹਦੇ ਹਾਂ, ਦੈਨ ਸਪੈਸੀਫਿਕਲੀ ਕੋਈ ਖਾਸ ਇਨਫੋਰਮੇਸ਼ਨ ਲੋਕੇਟ ਕਰਦੇ ਹਾਂ, ਪਾਰਟੀਕੂਲਰ ਨੇਮ ਪੜ੍ਹਦੇ ਹਾਂ ਇੱਕ ਲਿਸਟ ਦੇ ਵਿੱਚੋਂ, ਵੱਡੀ ਲਿਸਟ ਦਿੱਤੀ ਹੋਈ ਹੈ। ਦੀਜ਼ ਆਰ ਦਾ ਐਗਜ਼ਾਮਪਲਸ, ਬਹੁਤ ਧਿਆਨ ਨਾਲ ਦੇਖਣੀ ਹੈ ਬੱਚੇ, ਠੀਕ ਹੈ। ਇੰਟੈਂਸਿਵ ਰੀਡਿੰਗ ਕੀ ਹੈ, ਇਟ ਇਜ਼ ਡਿਟੇਲਡ ਸਟੱਡੀ ਆਫ ਦਾ ਟੈਕਸਟ, ਠੀਕ ਹੈ। ਡਿਟੇਲਡ ਸਟੱਡੀ ਹੈ। ਇੰਟੈਂਸਿਵ ਮਤਲਬ ਡੀਪਲੀ ਜਦੋਂ ਅਸੀਂ ਪੂਰੀ ਗ੍ਰਾਮਰ 'ਤੇ ਫੋਕਸ ਕਰਦੇ ਹਾਂ। ਕਦੋਂ ਕਰਦੇ ਸੀ ਅਸੀਂ ਇੰਟੈਂਸਿਵ ਰੀਡਿੰਗ, ਅਰਲੀ ਸਟੇਜ 'ਤੇ, ਜਦੋਂ ਅਸੀਂ ਬਹੁਤ ਛੋਟੇ ਬੱਚੇ ਸੀ। ਕਲਾਸਰੂਮ ਸਟੱਡੀ ਹੈ, ਵੋਕੈਬਲਰੀ 'ਤੇ, ਪ੍ਰੋਨਾਂਸੀਏਸ਼ਨ 'ਤੇ ਫੋਕਸ ਕਰਦੇ ਹਾਂ। ਫੰਕਸ਼ਨਲ ਜੋ ਹੈ ਗ੍ਰਾਮਰ 'ਤੇ ਫੋਕਸ ਕਰਦੇ ਹਾਂ। ਤਾਂ ਬੱਚਿਆਂ ਦੇ ਵਿੱਚ ਰੀਡਿੰਗ ਹੈਬਿਟਸ ਨੂੰ ਇਨਕਲਕੇਟ ਕਰਨ ਦੇ ਲਈ ਇਹ ਜੋ ਹੈ ਇੰਟੈਂਸਿਵ ਰੀਡਿੰਗ ਕੀਤੀ। ਇੰਟੈਂਸਿਵ ਮਤਲਬ ਬਿਲਕੁਲ ਯੂ ਹੈਵ ਟੂ ਸਟੱਡੀ ਥੋਰੋਲੀ, clear. It improves journal expressions of people in the target language. Then next one is reading articles, reading books, ਇਹ examples ਹੋ ਗਈਆਂ, ਧਿਆਨ ਨਾਲ ਕਰਨੀ ਹੈ ਬੱਚੇ। then ਉਸ ਤੋਂ ਬਾਅਦ extensive reading ਜਿਹੜੀ ਕਿ ਅਸੀਂ pleasure ਲਈ reading ਕਰਦੇ ਹਾਂ, not a detailed study, when we just concentrate on the subject matter, ਵੀ ਹਾਂ ਇਹਦੇ ਵਿੱਚ ਲਿਖਿਆ ਕੀ ਹੈ। ਅਸੀਂ ਅਖਬਾਰ ਪੜ੍ਹਦੇ ਹਾਂ, ਜਰਨਲ, ਕੋਈ ਸਟੋਰੀ ਪੜ੍ਹਦੇ ਹਾਂ, ਕੋਈ ਬਾਇਓਗ੍ਰਾਫੀ ਪੜ੍ਹਦੇ ਹਾਂ, ਤਾਂ ਜਰਨਲ ਓਵਰਵਿਊ ਲੈਂਦੇ ਹਾਂ ਕਿ ਇਹਦੇ ਵਿੱਚ ਹੈ ਕੀ। ਇਸੇ ਤਰੀਕੇ SQ3R ਮੈਥਡ ਹੈ ਬੱਚੇ, ਸਰਵੇ, S for survey, Q for question, 3R, first R is for read, then recite, third R can be review, can be relate, can be write, can be record, ਠੀਕ ਹੈ ਜੀ। ਤਾਂ ਇਸ ਦੇ ਦੇਖੋ ਫੁੱਲ ਫਾਰਮ ਹੈ, ਤਾਂ ਉਹਨਾਂ ਦੇ ਮੀਨਿੰਗ ਧਿਆਨ ਨਾਲ ਤੁਸੀਂ ਸਟੱਡੀ ਕਰ ਲੈਣੇ ਆ ਬੱਚੇ, ਕਲੀਅਰ। ਦੈਨ ਉਸ ਤੋਂ ਬਾਅਦ ਟਿਪਸ ਕੀ ਹੈ ਕੁਛ ਪ੍ਰੂਫ ਰੀਡਿੰਗ ਦੇ, ਪ੍ਰੂਫ ਰੀਡਿੰਗ ਕੀ ਹੈ, ਮੀਨਿੰਗ ਆਫ ਪ੍ਰੂਫ ਰੀਡਿੰਗ, ਠੀਕ ਹੈ ਜੀ। ਫਿਰ ਟਿਪਸ ਆਫ ਪ੍ਰੂਫ ਰੀਡਿੰਗ ਜੇ ਸ਼ੋਰਟ ਨੋਟ ਦੇ ਵਿੱਚ ਆਉਂਦਾ ਹੈ ਤੁਸੀਂ ਸਿਰਫ ਹੈਡਿੰਗਸ ਲਿਖ ਸਕਦੇ ਹੋ, ਕਲੀਅਰ। ਅਤੇ ਇਸੇ ਤਰੀਕੇ ਦਾ ਜੋ ਹੈ ਕਨਕਲੂਜਨ। ਦੈਨ ਨੈਕਸਟ ਵਨ ਇਜ਼ AV ਏਡਸ, ਆਡੀਓ ਵਿਜ਼ੂਅਲ ਏਡਸ ਮਤਲਬ AV ਏਡਸ ਮੀਨਸ ਪਹਿਲਾਂ ਡੈਫੀਨੇਸ਼ਨ ਹੈ, ਡਿਫਾਈਨ AV ਏਡਸ ਹੈ ਹੁੰਦੇ ਕੀ ਹੈ। ਦੈਨ ਵਿਜ਼ੂਅਲ ਏਡਸ ਕਿਹੜੀ ਹੈ, ਕੁਛ ਵੀ ਕਿਸੇ ਤਰੀਕੇ ਵੀ ਪੁੱਛਿਆ ਜਾ ਸਕਦਾ ਹੈ ਐਗਜ਼ਾਮਪਲ ਦੇ ਕੇ ਕਿ ਕਿਹੜੀ ਏਡ ਹੈ, ਜਾਂ ਮੀਨਿੰਗ ਦੇ ਕੇ ਵਿਜ਼ੂਅਲ ਏਡ ਕੀ ਹੁੰਦੇ ਹੈ, ਜਾਂ ਆਡੀਓ ਏਡਸ ਕੀ ਹੁੰਦੇ, ਜਾਂ ਆਡੀਓ ਵਿਜ਼ੂਅਲ ਕਿਹੜੇ ਹੁੰਦੇ ਹੈ, ਜਾਂ ਐਗਜ਼ਾਮਪਲ ਪੁੱਛੀ ਜਾ ਸਕਦੀ ਹੈ, ਜਾਂ ਐਗਜ਼ਾਮਪਲ ਦਿਓ ਆਡੀਓ ਵਿਜ਼ੂਅਲ ਏਡਸ ਦੀ, ਜਾਂ ਆਡੀਓ ਏਡਸ ਦੀ, ਜਾਂ ਵਿਜ਼ੂਅਲ ਏਡਸ ਦੀ, ਕਲੀਅਰ ਹੈ ਜੀ। ਸੋ ਇਹ ਸੀ ਬੇਸਿਕ ਸ਼ੋਰਟ ਨੋਟਸ। ਇਸ ਤੋਂ ਇਲਾਵਾ ਜੋ ਤੁਹਾਨੂੰ ਮੈਂ ਦੱਸ ਚੁੱਕੀ ਹਾਂ, ਜਿਸ ਹੱਦ ਤੱਕ ਮੇਰੇ ਕੋਲ ਨੋਟਸ ਪ੍ਰਿਪੇਅਰ ਹੋਏ ਆਈ ਹੈਵ ਡਨ, ਤਾਂ ਬਹੁਤ ਧਿਆਨ ਨਾਲ ਤੁਸੀਂ ਇਹਨਾਂ ਦੀ ਪ੍ਰੈਕਟਿਸ ਕਰਨੀ ਹੈ, ਲਰਨ ਕਰਨਾ ਹੈ। ਇੱਕ ਪਰਸਨਲ ਸੁਜੈਸ਼ਨ ਦੇਵਾਂਗੀ ਕਿ ਇੱਕ ਪੇਪਰ ਤੁਸੀਂ ਖੁਦ ਲਿਖ ਕੇ ਦੇਖਣਾ ਹੈ। ਤੁਸੀਂ ਰਿਟਨ ਦੇ ਵਿੱਚ ਪ੍ਰੈਕਟਿਸ ਕਰੋਗੇ, ਯੂ ਵਿਲ ਬੀ ਕੌਨਫੀਡੈਂਟ ਵਾਈਲ ਰਾਈਟਿੰਗ, ਕਿਉਂਕਿ ਇਹ ਇੰਗਲਿਸ਼ ਦੇ ਵਿੱਚ ਹੀ ਤੁਸੀਂ ਲਿਖਣਾ ਹੈ। ਜੇ ਤੁਹਾਡੀ ਪ੍ਰੈਕਟਿਸ ਅੱਛੇ ਤਰੀਕੇ ਨਾਲ ਕੀਤੀ ਹੋਏਗੀ, ਯੂ ਵਿਲ ਬੀ ਏਬਲ ਟੂ ਅਟੈਂਪਟ ਪ੍ਰੋਪਰਲੀ। ਤਾਂ ਆਪਣੀ ਸਪੀਡ ਇਨਕਰੀਜ਼ ਕਰੋ ਬਾਈ ਡੂਇੰਗ ਰਿਟਨ ਪ੍ਰੈਕਟਿਸ। ਫਲੋ ਚਾਰਟਸ ਪਲੀਜ਼ ਬਣਾਉਣੇ ਹੈ, ਲੌਂਗ ਆਨਸਰ ਦੇ ਵਿੱਚ ਕੋਸ਼ਿਸ਼ ਕਰਨੀ ਹੈ। ਜੇ 4 ਲੌਂਗ ਆਨਸਰ 'ਚ ਨਹੀਂ ਬਣਾ ਸਕਦੇ ਤਾਂ 2 'ਚ ਐਟਲੀਸਟ ਬਣਾ ਕੇ ਆਓ। ਮੇਨ ਵਰਡਸ ਨੂੰ ਅੰਡਰਲਾਈਨ ਕਰਨਾ ਹੈ, ਬਹੁਤ ਅੱਛਾ ਇੰਪ੍ਰੈਸ਼ਨ ਦੇਣਾ ਹੈ। ਆਪਣੀ ਇੰਟਰੋਡਕਟਰੀ ਪਾਰਟ, ਆਪਣਾ ਕਨਕਲੂਜਨ ਪਾਰਟ ਬਹੁਤ ਵਧੀਆ ਤਰੀਕੇ ਨਾਲ ਤੁਹਾਨੂੰ ਕਰਵਾ ਚੁੱਕੀ ਹਾਂ ਬੇਟਾ। ਤਾਂ ਉਮੀਦ ਕਰਦੀ ਹਾਂ ਮੇਰੀ ਇਹ ਵੀਡੀਓ ਤੁਹਾਡੀ ਹੈਲਪ ਕਰੇਗੀ ਪ੍ਰੈਪਰੇਸ਼ਨ ਦੇ ਵਿੱਚ। ਤਾਂ all the best, God bless you. If you have not subscribed our channel, please subscribe and forward the video to others ਤਾਂ ਕਿ ਹੋਰਾਂ ਦੇ ਵੀ ਇਹ ਕੰਮ ਆ ਸਕੇ। Thank you, God bless you.